वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। टोडी महला पंजवा। गर्भ गहलड़ो मूडड़ो हियो रे। हियो महराज रीमायो। डीहर न्याई मोहे फाके रे। गर्भ गहलड़ो मूडड़ो हियो रे। हियो महराज रीमायो। डीहर न्याई मोहे फाके रे। रहाव कणो 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 सद लोड़े। बिन लहणे कैठे पायो रे। महराज रोगाथ बाहू स्यों लुबड़ेओ। नह पागड़ो पाए संजोयो रे। सुन मन सीख साधु जन सगलो। थारे सगले प्राचत मिट्यो रे। जाको लहणो महराज री गाठड़ियो। जन नानक गरबास ना पौड़ियो रे। सुन मन सीख साधु जन सगलो। थारे सगले प्राचत मिट्यो रे। जाको लहणो महराज री गाठड़ियो। जन नानक गरवास ना पौड़ियो रे। वाहिगुरु जी का खालसा वाहिगुरु जी की फतेह। परम सत्कारयोग गुरु सवारी साध संगत जीओ। आप जी वड्डे भागां वाले हो कि आप जी ने हुणे ही अज दे जो पावन अमृतमयी बचन अज दे पावन अमृतमयी बचन
ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੋਹਣੇ ਸਿੰਘਾਸਣ ਤੇ ਸੁਭਾਏਮਾਨ ਹੋ ਕੇ ਜੋ ਪਾਵਨ ਮੁਖਵਾਕ ਬਖਸ਼ਿਸ਼ ਕੀਤੇ ਸਨ, ਉਹਨਾਂ ਪਾਵਨ ਮੁਖਵਾਕਾਂ ਨੂੰ ਆਪ ਸਮੂਹ ਸਾਧ ਸੰਗਤ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕੀਤਾ ਹੈ ਜੀ। ਸੋ ਆਓ ਸਾਧ ਸੰਗਤ ਜੀ, ਅਸੀਂ ਸਾਰੇ ਆਪੋ ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਸਤਿਗੁਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਸੁਰਤ ਨੂੰ ਟਿਕਾਈਏ ਤੇ ਸੁਰਤਮਈ ਹਾਜ਼ਰੀਆਂ ਲਵਾਉਣ ਦਾ ਯਤਨ ਕਰੀਏ। ਸਾਧ ਸੰਗਤ ਜੀਓ, ਅੱਜ ਦੇ ਅੰਮ੍ਰਿਤਮਈ ਬਚਨ ਜੋ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 715 ਤੇ ਸੁਭਾਏਮਾਨ ਹਨ। ਸੋ ਇਹਨਾਂ ਦੀ ਵਿਚਾਰ ਨਾਲ ਸਾਂਝ ਕਰੀਏ ਤੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਸਾਰੇ ਹੀ ਆਖੀਏ ਜੀ ਰਲ ਕੇ ਤੇ ਸੁਰਤ ਨੂੰ ਟਿਕਾ ਕੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਦੇਣ, ਸਾਡੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। हे ਮੇਰੇ ਮਾਲਕ, ਸਾਡੀ ਇਹ ਅਰਦਾਸ ਬੇਨਤੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਹੈ ਕਿ ਸਾਡੀ ਜਿਹੜੀ ਇਹ ਹਾਜ਼ਰੀ ਹੈ ਆਪ ਜੀ ਆਪਣੇ ਚਰਨਾਂ ਕਮਲਾਂ ਵਿੱਚ ਪ੍ਰਵਾਨ ਕਰ ਲਿਓ, ਤਾਂ ਕਿ ਸਾਨੂੰ ਵੀ ਇਹ ਅੰਮ੍ਰਿਤਮਈ ਬਚਨ ਜੋ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ ਸਾਡੇ ਹਿਰਦਿਆਂ ਤੇ ਵੀ ਵਸ ਸਕਣ ਤੇ ਆਪਣਾ ਅੰਮ੍ਰਿਤਮਈ ਬਚਨਾਂ ਦੇ ਪਾਵਨ ਬੋਲ ਸਾਡੇ ਹਿਰਦੇ ਦੇ ਵਿੱਚ ਸਮਾ ਜਾਣ, ਤਾਂ ਕਿ ਸਾਡੇ ਅੰਦਰੋਂ ਵੀ ਜਿਹੜੇ ਸਾਡੇ ਮਾੜੇ ਕਰਮ ਹਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਦੂਰ ਹੋ ਸਕਣ। ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੈ ਗੁਰ ਚਰਨ ਪਿਆਰੇ। ਸਾਡੇ ਹਿਰਦੇ ਦੇ ਵਿੱਚ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਪਿਆਰ ਵਸ ਜਾਵੇ ਤੇ ਸਾਡੇ ਅੰਦਰੋਂ ਮਾੜੀ ਸੋਚ, ਮਾੜੀ ਬਿਰਤੀ ਤੇ ਮਾੜਾ ਤੱਕਣਾ, ਇਹ ਸਭ ਕੁਝ ਖਤਮ ਹੋ ਜਾਣ ਤੇ ਇਹ ਜਿਹੜਾ ਜੀਵਨ ਹੈ ਇਹ ਜੀਵਨ ਬੜਾ ਹੀ ਸਾਨੂੰ ਸੋਹਣਾ ਤੇ ਚੰਗਾ ਲੱਗਣ ਲੱਗ ਪਵੇਗਾ। ਕਿਉਂਕਿ ਹਰ ਜੀਵ, ਹਰ ਵਿਅਕਤੀ, ਹਰ ਇਨਸਾਨ ਕੋਈ ਨਾ ਕੋਈ ਦੁੱਖ ਉਸ ਨੂੰ ਲੱਗਿਆ ਹੀ ਰਹਿੰਦਾ ਹੈ ਤੇ ਹਾਰ ਜਾਂਦਾ ਹੈ ਆਪਣੇ ਜੀਵਨ ਤੋਂ। ਜਦੋਂ ਜੀਵ ਜੀਵਨ ਤੋਂ ਹਾਰਦਾ ਹੈ ਤੇ ਕਈ ਵਾਰੀ ਇਹੋ ਜਿਹੀਆਂ ਅਣਹੋਣੀਆਂ ਹੋ ਜਾਂਦੀਆਂ ਹਨ ਜੋ ਕਦੇ ਸੋਚੀਆਂ ਨਹੀਂ ਹੁੰਦੀਆਂ, ਲੇਕਿਨ ਆਪਣੇ ਹਿਰਦੇ ਨੂੰ ਪੱਕਿਆ ਕਰਕੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਈਏ ਕਿ ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਾਜਨ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। हे ਮੇਰੇ ਮਾਲਕ, ਤੂੰ ਕਿਰਪਾ ਕਰ ਸਾਨੂੰ ਆਪਣੀ ਸਰਨ ਵਿੱਚ ਰੱਖ, ਜਿਵੇਂ ਆਪ ਜੀ ਰੱਖੋਗੇ ਸਾਨੂੰ ਪ੍ਰਵਾਨ ਹੈ। ਜਦੋਂ ਇਹੋ ਜੀ ਅਰਦਾਸ ਮਨੋਂ ਨਿਕਲੇਗੀ ਤੇ ਸਾਧ ਸੰਗਤ ਜੋ ਸਾਡੀ ਜਿਹੜੀ ਅਰਦਾਸ ਹੈ ਗੁਰੂ ਦੇ ਦਰ ਤੇ ਵਾਣ ਹੋਵੇਗੀ ਤੇ ਸਾਡਾ ਜਿਹੜਾ ਜੀਵਨ ਹੈ
ਇਹ ਵੀ ਸੁਖੈਣ ਅਤੇ ਸੁਚੱਜੇ ਢੰਗ ਦੇ ਨਾਲ ਅੱਗੇ ਵਧਣਾ ਸ਼ੁਰੂ ਹੋ ਜਾਵੇਗਾ। ਸੋ ਆਓ ਸਾਰੇ ਹੀ ਰਸਨਾ ਨੂੰ ਕਰੀਏ ਪਵਿੱਤਰ। ਇੱਕ ਵਾਰੀ ਸਾਰੇ ਰਲ ਕੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਪੰਜਵਾ। ਗਰਭ ਗਹਿ ਲੜੋ ਮੂਡੜੋ ਹਿਓ ਰੇ। ਹਿਓ ਮਹਿਰਾਜ ਰੀ ਮਾਇਓ। ਡੀਹਰ ਨਿਆਹੀ ਮੋਹੇ ਫਾਕਿਓ ਰੇ। ਸੋ ਸਾਧ ਸੰਗਤ ਜੋ ਇਹ ਪਾਵਨ ਬਚਨਾਂ ਦੀ ਪਹਿਲੀਆਂ ਤੁਕਾਂ ਹਨ ਜੋ ਆਪ ਜੀ ਨੇ ਸਰਵਣ ਕੀਤੀਆਂ ਹਨ, ਤੇ ਨਾਲ ਹੀ ਡੀਹਰ ਨਿਆਹੀ ਮੋਹੇ ਫਾਕਿਓ ਰੇ। ਇਹ ਸਾਧ ਸੰਗਤ ਜੋ ਇਸ ਪਾਵਨ ਮੁਖ ਵਾਗ ਦੀਆਂ ਬੰਧ ਦੀਆਂ ਤੁਕਾਂ ਭਾਵ ਸ਼੍ਰੋਮਣੀ ਤੁਕਾਂ ਹਨ ਰਾਹੋ ਦੀਆਂ, ਜੋ ਕਿ ਇਸ ਪਾਵਨ ਮੁਖ ਵਾਗ ਦਾ ਸਾਨੂੰ ਭੇਦ, ਜੋ ਪਾਵਨ ਮੁਖ ਵਾਗ ਦੇ ਗੁੱਝੇ ਭੇਦ ਹਨ, ਉਹ ਇਹ ਪੰਕਤੀਆਂ ਸਾਨੂੰ ਸਮਝਾ ਰਹੀ ਹਨ। ਡੀਹਰ ਨਿਆਹੀ ਮੋਹੇ ਫਾਕਿਓ ਰੇ। ਸਾਧ ਸੰਗਤ ਜੋ ਅਸੀਂ ਸਮਝਣਾ ਕਰੀਏ ਇੱਥੇ ਕਿ ਗੁਰੂ ਪਾਤਸ਼ਾਹ ਨੇ ਡੀਹਰ ਨਿਆਹੀ ਮੋਹੇ ਫਾਕਿਓ ਰੇ ਇਹ ਬਚਨ ਕਿਸ ਕਰਕੇ ਉਚਾਰਨ ਕੀਤੇ ਗਏ ਹਨ। ਸੋ ਇਹਨਾਂ ਪਾਵਨ ਪੰਕਤੀਆਂ ਦੇ ਬੜੇ ਸੁੰਦਰ ਤੇ ਸੁਚੱਜੇ ਢੰਗ ਦੇ ਨਾਲ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ, ਜੋ ਪ੍ਰਭੂ ਦੀ ਮਾਇਆ ਪੂਰੇ ਸੰਸਾਰ ਦੇ ਵਿੱਚ ਵਰਤ ਰਹੀ ਹੈ, ਉਹ ਭਾਵੇਂ ਮਾਇਆ ਜਾਲ ਕਹਿ ਲਈਏ, ਮੋਹ ਦਾ ਜਾਲ ਕਹਿ ਲਈਏ, ਤੇ ਭਾਵੇਂ ਅਸੀਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਜਾਲ ਕਹਿ ਲਈਏ। ਉਸ ਜਾਲ ਦੇ ਵਿੱਚ ਇਹ ਪ੍ਰਾਣੀ ਜੀਵ ਫਸ ਜਾਂਦਾ ਹੈ, ਤੇ ਜਿਵੇਂ ਉਹ ਮੱਛੀ ਜਾਲ ਵਿੱਚੋਂ ਨਿਕਲਣ ਦੇ ਲਈ ਤੜਫਣਾ ਕਰਦੀ ਹੈ, ਇਸੇ ਤਰ੍ਹਾਂ ਇਹ ਜੀਵ ਉਸ ਮੋਹ ਦੇ ਮਾਇਆ ਦੇ ਜਾਲ ਵਿੱਚੋਂ ਨਿਕਲਣਾ ਚਾਹੁੰਦਾ ਹੈ, ਲੇਕਿਨ ਸਹੀ ਸਮਝ ਹੋਣ ਨਾ ਕਾਰਨ ਜਾਂ ਸਹੀ ਜਿਹੜਾ ਰਾਹ ਹੈ ਉਹ ਇਸ ਜੀਵ ਨੂੰ ਨਾ ਪ੍ਰਾਪਤ ਹੋਇਆ ਹੋਵੇ, ਤੇ ਇਹ ਜੀਵ ਜਿਹੜਾ ਹੈ ਉਸ ਜਾਲ ਵਿੱਚ ਤੜਫ ਰਹਿੰਦਾ ਹੈ, ਫਸਿਆ ਤੇ ਰਹਿੰਦਾ ਹੈ। ਡੀਹਰ ਨਿਆਹੀ ਮੋਹੇ ਫਾਕਿਓ ਰੇ। ਮੋਹ ਵਿੱਚ ਫਸਿਆ ਇਹ ਜੀਵ ਜਿਵੇਂ ਮੱਛੀ ਕੁੰਡੀ ਵਿੱਚੋਂ ਬਾਹਰ ਨਿਕਲਣਾ ਚਾਹੁੰਦੀ ਹੈ ਜਾਲ ਵਿੱਚੋਂ, ਇਸੇ ਤਰ੍ਹਾਂ ਇਹ ਜੀਵ ਵੀ ਯਤਨ ਕਰਦਾ ਹੈ, ਲੇਕਿਨ ਇਸ ਮੋਹ ਦੇ ਜਾਲ ਵਿੱਚੋਂ ਇਹ ਬਾਹਰ ਨਹੀਂ ਨਿਕਲ ਸਕਦਾ। ਤੇ ਇਹ ਮੋਹ ਜਾਂ ਮਾਇਆ ਇਹ ਨਾ ਸਮਝ ਲਈਏ ਕਿ ਸਾਰਾ ਕੁਝ ਪੈਸਾ ਹੀ ਹੈ। ਮਾਇਆ ਦੇ ਅਨੇਕਾਂ ਹੀ ਰੂਪ ਹਨ। ਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਹਨ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਭਾਈ ਜਿਹੜੇ ਇਸ ਮੋਹ ਮਾਇਆ ਦੇ ਜਾਲ ਵਿੱਚ ਫਸ ਜਾਂਦੇ ਹਨ, ਤੇ ਇਹ ਮੋਹ ਮਾਇਆ ਮੁੜ ਕੇ ਉਹਨਾਂ ਨੂੰ ਹੀ ਡਸਦੀ ਰਹਿੰਦੀ ਹੈ, ਉਹਨਾਂ ਨੂੰ ਹੀ ਇਹ ਆਪਣਾ ਨਿਵਾਲਾ ਬਣਾਉਂਦੀ ਰਹਿੰਦੀ ਹੈ। ਇਹ ਆਪਣੀ ਬੁਰਕੀ ਮਾਇਆ ਉਹਨਾਂ ਜੀਵਾਂ ਨੂੰ ਬਣਾਉਂਦੀ ਹੈ ਜਿਹੜੇ ਇਸ ਦੇ ਮੋਹ ਦੇ ਵਿੱਚ ਫਸੇ ਰਹਿੰਦੇ ਹਨ। ਤੇ ਇਸ ਮੋਹ ਦੇ ਜਾਲ ਵਿੱਚੋਂ ਨਿਕਲਾਂਗੇ ਕਿਵੇਂ? ਗੁਰੂ ਪਾਤਸ਼ਾਹ ਜੀ ਇਹ ਵੀ ਸਾਨੂੰ ਸਮਝਾ ਰਹੇ ਹਨ ਕਿ ਭਾਈ ਇਸ ਮੋਹ ਦੇ ਜਾਲ ਵਿੱਚੋਂ ਨਿਕਲਣ ਦਾ ਜਿਹੜਾ ਇੱਕੋ ਇੱਕ ਸੁਖੈਣ ਤੇ ਸੁਚੀਜਾ ਢੰਗ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹੋਮੈ
ਵਿੱਚੋਂ ਜਾਏ। ਜਦੋਂ ਅਸੀਂ ਗੁਰੂ ਦੇ ਦਰ ਤੇ ਆ ਕੇ ਭਾਵੇਂ ਕੋਈ ਵੀ ਸੇਵਾ ਹੋਵੇ ਅਸੀਂ ਉਹ ਸੇਵਾ ਕਰਾਂਗੇ ਤੇ ਸਾਡੀ ਜਿਹੜੀ ਹੋਮਾਂ ਦਾ ਜਿਹੜਾ ਰੋਗ ਅੰਦਰ ਲੱਗਿਆ ਹੋਇਆ ਨਾ ਉਹ ਖਤਮ ਹੋ ਜਾਂਦਾ ਹੈ। ਕਈ ਵਾਰੀ ਤੇ ਸਾਧ ਸੰਗਤ ਜੋ ਇੰਜ ਵੀ ਹੁੰਦਾ ਹੈ, ਸਾਡੀ ਹੋਮਾਂ ਗੁਰੂ ਘਰ ਆ ਕੇ ਵੀ ਖਤਮ ਨਹੀਂ ਹੁੰਦੀ ਬਲਕਿ ਵੱਧ ਜਾਂਦੀ ਹੈ। ਭਾਈ ਸਾਹਿਬ ਸੁਣਾਉਂਦੇ ਸਨ, ਦੁਨੀਆਵੀ ਗੱਲ ਹੈ ਲੇਕਿਨ ਗਿਆਨ ਮਿਲਣਾ ਚਾਹੀਦਾ ਹੈ ਕਿ ਸਾਧ ਸੰਗਤ ਜੋ ਇੱਕ ਗੁਰਸਿੱਖ ਪਰਿਵਾਰ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਪਰਿਵਾਰ, ਬਾਣੀ ਵੀ ਪੜ੍ਹਨ ਵਾਲਾ, ਅੰਮ੍ਰਿਤ ਵੀ ਛਕਿਆ ਹੋਇਆ, ਲੇਕਿਨ ਅੰਦਰੋਂ ਜਿਹੜੀ ਹੋਮੈ ਸੀ ਉਹ ਖਤਮ ਨਾ ਹੋਈ। ਕੰਮਕਾਰ ਕਰਕੇ ਜਦੋਂ ਘਰ ਆਉਂਦੇ ਹਨ ਤੇ ਗੁਰੂ ਘਰ ਕੋਲ ਸੀ, ਗੁਰੂ ਘਰ ਜਾਂਦੇ ਹਨ, ਸੇਵਾ ਕਰਦੇ ਹਨ, ਬੜੇ ਪਿਆਰ ਤੇ ਸਤਿਕਾਰ ਦੇ ਨਾਲ ਉਹ ਸੇਵਾ ਕਰਦੇ ਹਨ। ਜੋੜੇ ਘਰ ਦੇ ਵਿੱਚ ਸੰਗਤਾਂ ਦੇ ਜੋੜੇ ਝਾੜਦੇ ਹਨ। ਸਿਰਫ ਗਿਆਨ ਲੈਣ ਦੀ ਗੱਲ ਹੈ ਤੇ ਸਮਝਣ ਦੀ ਲੋੜ ਹੈ ਸਾਨੂੰ। ਸਾਧ ਸੰਗਤ ਜੋ ਉਹਨਾਂ ਦੇ ਘਰ ਜਿਹੜਾ ਨੌਕਰ ਕੰਮ ਕਰਦਾ ਸੀ, ਅੱਜ ਉਹ ਨੌਕਰ ਵੀ ਗੁਰੂ ਦੇ ਦਰ ਤੇ ਆ ਕੇ ਨਮਸਕਾਰ ਕਰਨ ਦਾ ਉਸ ਦਾ ਚਿੱਤ ਕੀਤਾ, ਮਨ ਕੀਤਾ। ਤੇ ਸਾਧ ਸੰਗਤ ਜੋ ਉਸ ਗਰੀਬ ਨੌਕਰ ਦੇ ਪੈਰ ਦੇ ਵਿੱਚ ਜੋ ਟੁੱਟੀ ਹੋਈ ਜੁੱਤੀ ਉਸਨੇ ਰੱਖੀ ਤੇ ਸਾਹਮਣੋਂ ਦੇਖਦਾ ਹੈ ਕਿ ਉਸ ਦਾ ਮਾਲਕ ਆ ਰਿਹਾ ਹੈ। ਜਦੋਂ ਜੋੜੇ ਫੜਾਉਣ ਲੱਗਦਾ ਹੈ ਤੇ ਮਾਲਕ ਦੇ ਅੰਦਰ ਹੋਮੇ ਦਾ ਰੋਗ ਜੋ ਖਤਮ ਨਹੀਂ ਹੋਇਆ, ਜੋ ਊਚ ਨੀਚ ਤੋਂ ਬਾਹਰ ਨਹੀਂ ਨਿਕਲਿਆ, ਤੇ ਆਪਣੇ ਨੌਕਰ ਨੂੰ ਆਖਦਾ ਹੈ, ਖੜਾ ਗੁਰੂ ਘਰ ਦੇ ਜੋੜਿਆਂ ਦੇ ਵਿੱਚ ਹੈ, ਕਰਨੀ ਸੇਵਾ ਹੈ ਜੋੜਿਆਂ ਦੀ। ਲੇਕਿਨ ਸਾਧ ਸੰਗਤ ਜੋ ਨੌਕਰ ਨੂੰ ਆਖਦਾ ਹੈ ਕਿ ਹੁਣ ਤੂੰ ਸਾਡੇ ਤੋਂ ਆਪਣੇ ਜੋੜੇ ਵੀ ਚੁਕਾਏਂਗਾ। ਸੋ ਸਿਰਫ ਸਾਧ ਸੰਗਤ ਜੋ ਗਿਆਨ ਲੈਣ ਦੀ ਲੋੜ ਹੈ। ਅਸੀਂ ਗੁਰੂ ਘਰ ਆਉਂਦੇ ਹਾਂ, ਬੜੇ ਪਿਆਰ ਨਾਲ ਸੇਵਾ ਵੀ ਕਰਦੇ ਹਾਂ, ਲੇਕਿਨ ਪਤਾ ਨਹੀਂ ਲੱਗਦਾ ਕਦੋਂ ਸਾਡੇ ਅੰਦਰ ਹੋਮੇ ਆ ਜਾਂਦੀ ਹੈ। ਪਤਾ ਨਹੀਂ ਲੱਗਦਾ ਕਦੋਂ ਸਾਨੂੰ ਮਾਇਆ ਨੇ ਆਪਣੇ ਵੱਸ ਕਰ ਲਿਆ। ਤੇ ਸਾਧ ਸੰਗਤ ਜੋ ਇਹ ਸਿਰਫ ਸਮਝਾਉਣ ਦੇ ਲਈ ਕਿ ਅਸੀਂ ਇਸ ਮਾਇਆ ਤੋਂ ਕਿਵੇਂ ਬਚਣਾ ਹੈ, ਉਹ ਹੈ ਗੁਰੂ ਦੀ ਸੇਵਾ। ਸੇਵਾ ਵੀ ਕਿਸੇ ਕਾਰਜ ਨੂੰ ਮੁੱਖ ਰੱਖ ਕੇ ਨਾ ਹੋਵੇ, ਸੇਵਾ ਹੋਵੇ, ਨਿਰੋਲ ਸੇਵਾ ਹੋਵੇ। ਤੇ ਸਾਧ ਸੰਗਤ ਜੋ ਜੀਵਨ ਦਾ ਜਿਹੜਾ ਬੇੜਾ ਹੈ ਉਹ ਪਾਰ ਹੋ ਜਾਂਦਾ ਹੈ। ਸੋ ਸਤਿਗੁਰ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਬਚਨਾਂ ਨੂੰ ਰਾਗ ਟੋਡੀ ਦੇ ਵਿੱਚ ਉਚਾਰਨ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾ ਰਹੇ ਹਨ, ਗਰਭ ਗਹਿਲੜੋ ਮੂੜੜੋ ਹਿਓ ਰੇ, ਹਿਓ ਮਹਿਰਾਜ ਰੀ ਮਾਇਓ, ਡੀਹਰ ਨਿਆਹੀ ਮੋਹੇ ਫਾਕਿਓ ਰੇ। हे ਭਾਈ, ਮੇਰਾ ਜਿਹੜਾ ਹੈ ਮੂਰਖ ਹਿਰਦਾ ਹੰਕਾਰ ਵਿੱਚ ਪਾਗਲ ਤੇ ਝੱਲਾ ਹੋਇਆ ਫਿਰਦਾ ਹੈ। ਇਸ ਹਿਰਦੇ ਨੂੰ ਮਹਾਰਾਜ ਪ੍ਰਭੂ ਦਾ ਹਲੇ ਭੇਦ ਸਮਝ ਹੀ ਨਹੀਂ ਆਇਆ ਕਿ ਉਹ ਮੇਰਾ ਮਾਲਕ ਜਿਹੜਾ ਹੈ ਪਰਮਾਤਮਾ ਸਾਨੂੰ ਜੀਵਾਂ ਨੂੰ ਸੰਸਾਰ ਵਿੱਚ ਭੇਜਦਾ ਹੈ ਕਿ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਉਹ ਪ੍ਰਭੂ ਨੇ ਸਾਰਿਆਂ ਨੂੰ ਇੱਕੋ ਜਿਹਾ ਸੰਸਾਰ ਦੇ ਵਿੱਚ ਬਣਾ ਕੇ ਭੇਜਿਆ ਹੈ, ਲੇਕਿਨ ਇੱਥੇ ਆ ਕੇ ਅਸੀਂ ਊਂਚ ਅਤੇ ਨੀਚ ਬਣਾ ਲਏ ਆਪਣੇ ਆਪਣੇ, ਭਾਵੇਂ ਧਰਮਾਂ ਅਨੁਸਾਰ ਕਹਿ ਲਈਏ ਤੇ ਭਾਵੇਂ ਆਪਣੀ ਸਮਝ ਅਨੁਸਾਰ ਕਹਿ ਲਈਏ। ਲੇਕਿਨ ਗੁਰੂ ਪਾਤਸ਼ਾਹ ਜੀ ਦੇ ਬਚਨ ਹਨ, ਮਾਨਸ ਕੀ ਜਾਤ ਸਭੋ ਏਕੋ ਪਹਿਚਾਨਬੋ। हे ਭਾਈ, ਤੂੰ ਇਸ ਸੰਸਾਰ ਦੇ ਵਿੱਚ ਸਿਰਫ ਪਰਮਾਤਮਾ ਸਾਰਿਆਂ ਦਾ ਵੱਡਾ ਹੈ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ।
कोट 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 लख धावै, एक तिल ताका महल ना पावै। सब तो वड्डा ते ओ परमेश्वर आप है, मालक है, जिस दे प्यार विच कदे साडा हिरदा भिजिया ही नहीं, जिस दी कदे असी समझ ही नहीं कीती। जदों समझ आ जाएगी तो गुरु पातशाह फरमान करते हैं, भाई ये जिहड़े मोह दे माया दे जाल विच असी फसे हुए हाँ, उस तो असी बाहर निकल जावांगे ते गुरु पातशाह जी साडी आप बांह फड़नगे। रहाओ घणो 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 साध लोड़ है, घणो 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 साध लोड़ है, बिन लहण कैठै पायो रे। महाराज रोगाथ बाहू सो लुबड़ियो, नह भागड़ो पाए संजोयो रे। कणु 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 साध लोड़ है, बिन लहण कैठै पायो रे। इत्थे गुरु पातशाह जी सानू समझा रहे हैं कि भाई मोह विच फसिया होया हिरदा सदा बहुत बहुत माया मंगदा रहिंदा है, पर भागां तो बिना इसनूं कुछ प्राप्त नहीं हुंदा। बिन भागां सतसंग न लभै, बिन संगत मैल परीजै जियो। भाई बिना भागां तो ते साध संगत प्राप्त नहीं हुंदी, बिना भागां तो कुछ प्राप्त नहीं हो सकता। लेकिन गुरु पातशाह जी सानू अगे ये समझा रहे हैं, भाई जिमें बिना भागां तो लोड़दा बहुत है, मंगदा बहुत कुछ है, लेकिन प्राप्त नहीं कर पाउंदा। हे भाई महाराज दा भाव उस मालिक दा दिता होया ये शरीर है, जिस नाल मूर्ख जीव मोह करदा रहिंदा है, जिस दे नाल ये जीव हमेशा ही मोह करदा रहिंदा है। ये नहीं जानदा ये ते मिट्टी दी ढेरी है, एक ना एक दिन मिट्टी विच रल जाना। पंजां तत्तां दा बनिया शरीर पंजां तत्तां विच रल जाना है, लेकिन हर वेले इसनूं सवारन विच लग्या रहिंदा है, इस दे सुखां लई दौड़ भज करदा रहिंदा है। लेकिन गुरु पातशाह फरमान करदे ने, भाई नह भाग मनुख, नह भागा मनुख अपने मन नूं तृष्णा दी अग नाल जोड़ी रखदा है, ते इसे तृष्णा दी अग दे नाल वो हमेशा ही दुख पाउंदा रहिंदा है। ते ये कदे गुरु दे दर ते आके इसने कदे समझण दा यतन नहीं कीता कि ये अमृतमई बाणी जे किते मेरे हिरदे विच वस जावे ते मेरे जिहड़े भाग हन वो सोले हो जाणगे। सुन मन सीख साधु जन सगलो, थारे सगले प्राछत मिट्यो रे। जा को लहनो महराज री गाठड़ियो, जन नानक गरवास ना पौड़ियो रे। इत्थे धन धन साहिब श्री गुरु अर्जन देव जी महाराज समझा रहे हैं, सुन मन सीख साधु जन सगलो, थारे सगले प्राछत मिट्यो रे। जा को लहणो महराज री गाठड़ियो, जन नानक गरवास ना पौड़ियो रे। हे मन सारे साधु जना दी सिखिया सुनिया कर, सारे भले पुरखां दी सुमत नूं सुनिया कर। सुनन दे नाल नाल इस दी वरतों भी करिया कर, ते इस बरकत दे नाल तेरे जिहड़े सारे पाप हन वो मिट जाणगे। जदों तेरा ये मस्तक गुरु दे चरनां विच सतगुरु साहिब श्री गुरु ग्रंथ साहिब महाराज जी दे चरनां विच नमन करेगा, जदों मस्तक गुरु दे चरनां विच आके लगेगा ते तेरे सारे जन्मां जन्मांतरां दे पाप कीते खत्म हो जाणगे। ते तैनूं समझ आ जाएगी
कि सचमुच मेरा जीवन किस करके मैनू प्राप्त होया है ते मैं संसार विच की कर रहा हाँ। गुरु पातशाह गुरु अर्जन देव जी महाराज वड्डे सतगुरु गुरु नानक पातशाह जी का नाम अंकित करदियां होइयां समझा रहे हैं, महाराज दे खजाने विचों जिस दे भागां विच कुछ प्राप्ति लिखी है वो जूना विच नहीं पैंदे, वो हमेशा ही प्रभु पातशाह दे चरनां विच प्रवान हो जाते हैं ते मालक दी उन्हां दे सुहावली नज़र दे नाल उन्हां नूं मालक नदरों निहाल कर देंदे हैं। जिमें पातशाह जी दे बचन हैं, सतगुर आयो शरण तुहारी मिलै सूख, नाम हर शोभा चिंता लाए हमारी। जदों असी मालक दे चरनां विच आके जुड़ांगे ते मालक दे दर तों शोभा भी प्राप्त होवेगी ते साडे जिहड़े माड़े कर्म हैं वो भी खत्म हो जाणगे ते असी उस मालक दे नाल मिलाप कर सकांगे। मालक सानू अपनिया बना के इस भवसागर तो साडा आप हथ फड़ के सानू पार लंघा सकते हैं। सो साध संगत जो अज दे इन्हां पावन बचनां दे विच जो धन धन साहिब श्री गुरु अर्जन देव जी महाराज ने सानू समझावना कीता है, सो इको एक गल पल्ले बन लईए कि जो गुरबाणी सानू उपदेश दे रही है उस उपदेश नूं जीवन विच अमली जावां फैलाउण दा यतन करिए, ताइयों साडा ये लोक भी ते परलोक दोने सोले होणगे। सो साध संगत जो विचारां करदियां बेअंत भुल्लां गलतियां हो गईयां होणगीयां, गुरु अते गुरु दी संगत बख्शण जोग है। बुलाइए फतेह। वाहिगुरु जी का खालसा वाहिगुरु जी की फतेह।